ਪੰਜਾਬੀ ਸਾਹਿਤ ਦੇ ਵਿੱਚ ਰੁਚੀ ਲੈਣ ਵਾਲਿਆਂ ਦਾ, ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦਾ ਇਸ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਮੈਂ ਦੇਸ਼ ਵੰਡ ਦਾ ਪੰਜਾਬੀ ਸਾਹਿਤ ਉੱਪਰ ਜੋ ਪ੍ਰਭਾਵ ਪਿਆ ਹੈ ਉਸ ਦੇ ਬਾਰੇ ਗੱਲ ਕਰਾਂਗੀ ਔਰ ਖ਼ਾਸ ਕਰਕੇ ਜੋ ਸਾਹਿਤ ਹੈ ਉਸ ਦੀਆਂ ਪ੍ਰਵਿਰਤੀਆਂ ਕੀ ਰਹੀਆਂ ਨੇ, ਉਸ ਦੇ ਝੁਕਾਵ ਕੀ ਰਹੇ ਨੇ, ਇਹ ਅਸੀਂ ਇਸ ਵੀਡੀਓ ਦੇ ਵਿੱਚ ਦੇਖਾਂਗੇ, ਪੜ੍ਹਾਂਗੇ। ਪ੍ਰਮੁੱਖ ਸਾਹਿਤਕ ਪ੍ਰਵਿਰਤੀਆਂ ਦੇ ਵਿੱਚ ਸਭ ਤੋਂ ਪਹਿਲਾਂ ਜੀ ਪ੍ਰਵਿਰਤੀ ਜਿਹੜੀ ਆਉਂਦੀ ਹੈ, ਜਿਹੜਾ ਝੁਕਾਅ ਆਉਂਦਾ ਹੈ ਪੰਜਾਬੀ ਸਾਹਿਤ ਦੇ ਵਿੱਚ, ਉਹ ਹੈ ਰਾਸ਼ਟਰਵਾਦ ਅਤੇ ਅੰਤਰ ਪ੍ਰਾਦੇਸ਼ਿਕ ਸਾਂਝ। ਇਹ ਦੋਵੇਂ ਇੱਕੋ ਹੀ ਵਿਸ਼ੇਸ਼ ਪ੍ਰਵਿਰਤੀ ਦੇ ਦੋ ਭਿੰਨ ਪੱਖ ਹਨ। ਸਾਮਰਾਜਵਾਦੀ ਪ੍ਰਾਧੀਨਤਾ ਦੇ ਕਾਲ ਵਿੱਚ ਹੀ ਰਾਸ਼ਟਰਵਾਦੀ ਭਾਵਾਂ ਦਾ ਜਨਮ ਹੋਇਆ। 1857 ਦੇ ਪ੍ਰਥਮ ਸੁਤੰਤਰਤਾ ਸੰਗਰਾਮ ਪਿੱਛੋਂ 1857 ਦਾ ਜਿਹੜਾ ਰਿਵੋਲਟ ਹੈ ਉਸ ਨੂੰ ਵੀ ਅਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣੂ ਹਾਂ, ਜਿਹੜਾ ਕਿ ਮੰਗਲ ਪਾਂਡੇ ਨੇ ਮੇਰਠ ਤੋਂ ਸ਼ੁਰੂ ਕੀਤਾ ਸੀ। ਤੋਂ ਪ੍ਰਥਮ ਸੁਤੰਤਰਤਾ ਸੰਗਰਾਮ ਬਾਰੇ ਪਿੱਛੋਂ ਇਹ ਪ੍ਰਵਿਰਤੀ ਵੱਧਦੀ ਹੀ ਗਈ। 20ਵੀਂ ਸਦੀ ਵਿੱਚ ਰਾਸ਼ਟਰਵਾਦ ਦੇ ਨਾਲ ਦੇਸ਼ ਭਗਤੀ ਦੇ ਭਾਵਾਂ ਵਾਲੀ ਕਵਿਤਾ ਅਤੇ ਸਾਹਿਤ ਰਚੇ ਗਏ। ਭਾਰਤੀ ਨਵ ਜਾਗ੍ਰਿਤੀ ਅੰਦੋਲਨ ਦੀ ਸਫਲਤਾ ਵਿੱਚ ਅਜਿਹੇ ਰਾਸ਼ਟਰਵਾਦੀ ਸਾਹਿਤ ਦਾ ਬੜਾ ਭਾਰੀ ਹੱਥ ਰਿਹਾ ਹੈ। ਸੰਪਰਦਾਇਕ ਵਿਰੋਧਾਂ ਨੂੰ ਮੇਟਣਾ, ਅੰਦਰੂਨੀ ਫੁੱਟ ਨੂੰ ਦੂਰ, ਸਾਮਰਾਜ ਦੀ ਕੁਟਿਲ ਨੀਤੀ ਦਾ ਪਾਜ ਖੋਲ੍ਹਣਾ, ਰਾਸ਼ਟਰਵਾਦੀ ਸੁਤੰਤਰਤਾ ਸੰਗਰਾਮ ਲਈ ਹਰ ਕੁਰਬਾਨੀ ਲਈ ਕਰਨ ਲਈ ਜਨਤਾ ਨੂੰ ਉਭਾਰਨਾ, ਆਪਣੇ ਦੇਸ਼ ਦੀਆਂ ਸਵਦੇਸ਼ੀ ਚੀਜ਼ਾਂ ਨਾਲ ਸੁਦੇਸ਼ੀ ਜਿਹੜੀਆਂ ਚੀਜ਼ਾਂ ਨੇ ਸਵਦੇਸ਼ੀ ਵਸਤਾਂ ਨਾਲ ਪਿਆਰ ਵਧਾਉਣਾ, ਵਿਦੇਸ਼ੀ ਵਸਤਾਂ ਦਾ ਤਿਆਗ ਅਤੇ ਆਪਣੀ ਇਤਿਹਾਸਕ ਸ਼ਾਨ ਨੂੰ ਗੌਰਵਸ਼ੀਲ ਦ੍ਰਿਸ਼ਟੀ ਤੋਂ ਵੇਖਣਾ ਆਦਿ ਇਸ ਰਾਸ਼ਟਰਵਾਦੀ ਸਾਹਿਤ ਦੇ ਮੁੱਖ ਅੰਗ ਸਨ। ਇਸ ਵਿੱਚ ਦੇਸ਼ ਭਗਤਾਂ ਤੇ ਕੌਮੀ ਸ਼ਹੀਦਾਂ ਦੀ ਕੁਰਬਾਨੀ ਦੀ ਪ੍ਰਸ਼ੰਸਾ ਵੀ ਆ ਜਾਂਦੀ ਹੈ। ਅਜਿਹਾ ਸਾਹਿਤ 20ਵੀਂ ਸਦੀ ਵਿੱਚ ਬਹੁਤ ਰਚਿਆ ਗਿਆ। ਪਰ ਰਾਸ਼ਟਰਵਾਦੀ ਭਾਵਾਂ ਵਾਲੇ ਸਾਹਿਤ ਵਿੱਚ 1947 ਦੇ ਸੁਤੰਤਰਤਾ ਸੰਗਰਾਮ ਦੀ ਦਿਗਵਿਜੇ ਨੇ ਇੱਕ ਨਵਾਂ ਉਭਾਰ ਤੇ ਹੁਲਾਸ ਉਤਪੰਨ ਕਰ ਦਿੱਤਾ ਅਤੇ ਇਸ ਤੋਂ ਪਿੱਛੋਂ ਸਮੂਹ ਦੇਸ਼ ਵਿੱਚ ਆਏ ਪਰਿਵਰਤਨਾਂ ਦੇ ਕਾਰਨ ਰਾਸ਼ਟਰਵਾਦੀ ਭਾਵਨਾ ਲਈ ਕਈ ਪੱਖ ਪ੍ਰਬਲ ਰੂਪ ਵਿੱਚ ਉੱਭਣ ਲੱਗੇ। ਰਾਸ਼ਟਰ ਨਿਰਮਾਣ ਦੀ ਭਾਵਨਾ, ਜਿਸ ਵਿੱਚ ਆਰਥਿਕ, ਸਮਾਜਿਕ ਤੇ ਰਾਜਨੀਤਿਕ ਸਾਰੇ ਪੱਖ ਹੀ ਸੰਮਿਲਿਤ ਹਨ, ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੋਣ ਲੱਗੇ। ਬਹੁਤ ਸਾਰਾ ਸਾਹਿਤ ਇਹਨਾਂ ਵਿਸ਼ਿਆਂ ਉੱਤੇ ਲਿਖਿਆ ਹੋਇਆ ਮਿਲਦਾ ਹੈ। ਉਦਾਹਰਨ ਵਜੋਂ ਵੀ ਸਾਡੇ ਕੋਲ ਜਿਹੜੇ ਰਾਈਟਰ ਨੇ ਇਹਨਾਂ ਝੁਕਾਵਾਂ ਦੇ ਅਧੀਨ ਲਿਖਦੇ ਰਹੇ ਉਹ ਹਨ ਕਰਤਾਰ ਸਿੰਘ ਦੁੱਗਲ ਦਾ ਨਾਟਕ ਜਿਹੜਾ ਸੀ ਵੀ ਮਿੱਠਾ ਪਾਣੀ ਤੇ ਕੋਕੁਨ। ਰੋਸ਼ਨ ਲਾਲ ਅਹੂਜਾ ਦੂਸਰਾ ਨਾਮ ਹੈ, ਜਿਸ ਦਾ ਲਿਖਿਆ ਹੋਇਆ ਸਹਿਯੋਗ ਅਤੇ ਕੁਝ ਹੋਰ ਰਚਨਾਵਾਂ ਤਾਂ ਇਸੇ ਦ੍ਰਿਸ਼ਟੀ ਤੋਂ ਰਚੀਆਂ ਗਈਆਂ ਪ੍ਰਤੀਤ ਹੁੰਦੀਆਂ ਹਨ। ਇੱਥੇ ਵੀ ਯਾਦ ਰੱਖਣਾ ਕਿਹੜੀ ਦ੍ਰਿਸ਼ਟੀ ਤੋਂ ਰਚੀਆਂ ਗਈਆਂ ਹਨ, ਦੇਸ਼ ਭਗਤੀ ਦੀ ਔਰ ਆਪਣੇ ਦੇਸ਼ ਦੇ ਪ੍ਰਤੀ ਜੋ ਸਾਡਾ ਪਿਆਰ ਹੈ, ਸਾਡੇ ਦੇਸ਼ ਭਗਤੀ ਦੀ ਭਾਵਨਾ ਹੈ, ਉਸ ਨੂੰ ਲੈ ਕੇ ਜਿਹੜੀਆਂ ਇਹ ਰਚਨਾਵਾਂ ਰਚੀਆਂ ਗਈਆਂ। ਇਸ ਰਾਸ਼ਟਰਵਾਦੀ ਭਾਵਨਾ ਦੇ ਵੀ ਕਈ ਪੱਖ ਹਨ। ਇੱਕ ਪਾਸੇ ਤਾਂ ਦੇਸ਼ ਦੀਆਂ ਸਮੂਹ ਸੁੰਦਰ ਵਸਤਾਂ ਕਵੀਆਂ ਦੇ ਮਨ ਵਿੱਚ ਰਾਸ਼ਟਰੀ ਭਾਵਨਾ ਨੂੰ ਤਕੜਿਆਂ ਕਰ ਰਹੀਆਂ ਹਨ। ਯਥਾ ਤਾਜ ਮਹਿਲ, ਲਾਲ ਕਿਲ੍ਹਾ, ਹਲਦੀ ਘਾਟੀ ਅਤੇ ਦੂਜੇ ਬੰਨੇ ਹੋਰ ਪ੍ਰਾਂਤਾਂ ਦੇ ਪ੍ਰਦੇਸ਼ਾਂ ਦਾ ਜੀਵਨ ਤੇ ਵਿਸ਼ੇ ਵੀ ਸਾਹਿਤ ਦੇ ਖੇਤਰ ਨੂੰ ਹੋਰ ਵਿਸਤ੍ਰਿਤ ਕਰ ਰਹੇ ਹਨ। ਹੁਣ ਵੀ ਕੁਝ ਜਿਹੜੇ ਕਵੀ ਨੇ, ਦਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ ਤੇ ਅਵਤਾਰ ਸਿੰਘ ਆਜ਼ਾਦ ਆਦਿ ਕਵੀ ਜਿਹੜੇ ਨੇ, ਇਹਨਾਂ ਵਿੱਚ ਰਾਸ਼ਟਰਵਾਦੀ ਪ੍ਰਵਿਰਤੀ ਦਾ ਪ੍ਰਭਾਵ ਅਧਿਕ ਰਿਹਾ ਹੈ। ਇਹਨਾਂ ਲੇਖਕਾਂ ਦੇ ਜਿਹੜੇ ਰਚਨਾਵਾਂ ਨੇ ਉਹਨਾਂ ਦੇ ਉੱਤੇ ਰਾਸ਼ਟਰਵਾਦੀ ਪ੍ਰਵਿਰਤੀ ਦਾ ਪ੍ਰਭਾਵ ਜ਼ਿਆਦਾ ਰਿਹਾ ਹੈ। ਕੇਵਲ ਪੰਜਾਬ ਦਾ ਹੀ ਨਹੀਂ, ਸਗੋਂ ਅਸਾਮ, ਬੰਗਾਲ, ਉੱਤਰ ਪ੍ਰਦੇਸ਼ ਤੇ ਦੇਸ਼ ਦੇ ਦੱਖਣੀ ਭਾਗ ਵੀ ਸਾਹਿਤ ਦੇ ਵਿਸ਼ੇ ਵਸਤੂ ਬਣਦੇ ਜਾ ਰਹੇ ਸਨ। ਨਾਨਕ ਸਿੰਘ ਵਰਗਾ ਪੰਜਾਬ ਦੇ ਜੀਵਨ ਦੇ ਵਿਸ਼ੇ ਖੇਤਰ ਦੇ ਪੱਖ ਤੋਂ ਬਾਹਰ ਨਾ ਜਾਣ ਵਾਲਾ ਨਾਵਲਕਾਰ ਵੀ ਆਪਣੇ ਇੱਕ ਨਾਵਲ ਅਣਸੀਤੇ ਜ਼ਖਮ ਦੀ ਪਿੱਠ ਭੂਮੀ ਨੂੰ ਉੱਤਰ ਪ੍ਰਦੇਸ਼ ਨਾਲ ਜੋੜਦਾ ਹੈ ਅਤੇ ਇਸ ਜਿਹੜੀ ਰੁਚੀ ਹੈ ਇਸ ਦੇ ਹੋਰ ਵੀ ਵੱਧ ਜਾਣ ਦੀ ਸੰਭਾਵਨਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਰਾਸ਼ਟਰਵਾਦੀ ਪ੍ਰਵਿਰਤੀ ਵਿਸ਼ੇਸ਼ ਕਰਕੇ ਦੋ ਪੱਖਾਂ ਵੱਲ ਨੂੰ ਵੱਧ ਰਹੀ ਹੈ। ਇਸ ਗੱਲ ਨੂੰ ਯਾਦ ਰੱਖਣਾ ਵੀ, ਇੱਕ ਪੱਖ ਕਿਹੜਾ ਹੈ ਕਿ ਲੇਖਕਾਂ ਦਾ ਪ੍ਰਦੇਸ਼ਿਕ ਸੀਮਾਵਾਂ ਤੋਂ ਬਾਹਰ ਜਾਣਾ
अथवा देश विस्तार ਅਤੇ ਦੂਜਾ ਕਿਹੜਾ ਹੈ ਇਤਿਹਾਸਕ ਗੌਰਵ ਦੀ ਪਛਾਣ ਜੋ ਰਾਸ਼ਟਰ ਦੀ ਅਖੰਡਤਾ ਅਤੇ ਇਤਿਹਾਸ ਨੂੰ ਨਿਰੰਤਰ ਪ੍ਰਵਾਹ ਵਿੱਚ ਬੰਨ੍ਹਦੀ ਹੈ। ਭਾਵ ਕਾਲ ਵਿਸਥਾਰ। ਇਸ ਪਿਛਲੀ ਰੁਚੀ ਦਾ ਇੱਕ ਹੋਰ ਪ੍ਰਭਾਵ ਇਹ ਵੀ ਪੈ ਰਿਹਾ ਹੈ ਕਿ ਵਰਤਮਾਨ ਸਾਹਿਤ ਪੁਰਾਤਨ ਭਾਰਤੀ ਸੰਸਕ੍ਰਿਤੀ ਵਿੱਚੋਂ ਇਤਿਹਾਸਕ ਅਤੇ ਮਿਥਿਹਾਸਕ ਬਿੰਬਾਵਲੀ ਪ੍ਰਾਪਤ ਕਰ ਰਿਹਾ ਹੈ ਅਤੇ ਰਾਸ਼ਟਰੀ ਵਿਰਸੇ ਦਾ ਪੂਰਾ ਲਾਭ ਉਠਾ ਰਿਹਾ ਹੈ। ਇਸੇ ਰਾਸ਼ਟਰਵਾਦੀ ਧਾਰਾ ਵਿੱਚ ਵੀ ਹੀ ਅੰਤਰ ਪ੍ਰਦੇਸ਼ਿਕ ਸਾਂਝ ਆ ਜਾਂਦੀ ਹੈ ਜੋ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਭਾਰਤੀ ਸਾਹਿਤ ਅਕਾਡਮੀ ਵਰਗੀਆਂ ਸੰਸਥਾਵਾਂ ਦੀ ਸਥਾਪਤੀ ਦੁਆਰਾ ਇਹ ਸਾਂਝ ਹੋਰ ਪੱਕੀ ਹੋਈ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਵੱਖ-ਵੱਖ ਪ੍ਰਦੇਸ਼ਿਕ ਭਾਸ਼ਾਵਾਂ ਦੀ ਉਤਕ੍ਰਿਸ਼ਟ ਰਚਨਾਵਾਂ, ਉਤਕ੍ਰਿਸ਼ਟ ਮਤਲਬ ਬਹੁਤ ਵਧੀਆ ਮਿਆਰੀ ਦਰਜੇ ਦੀਆਂ ਰਚਨਾਵਾਂ ਦੇ ਜਿਹੜੇ ਅਨੁਵਾਦ ਕੀਤੇ ਜਾ ਰਹੇ ਹਨ ਉਹਨਾਂ ਨਾਲ ਸਮੂਹ ਭਾਰਤੀ ਭਾਸ਼ਾਵਾਂ ਇੱਕ ਦੂਜੇ ਦੇ ਭਿੰਨ ਪ੍ਰਭਾਵ ਗ੍ਰਹਿਣ ਕਰਨ ਲੱਗ ਗਈਆਂ ਹਨ ਅਤੇ ਇੱਕ ਦੂਜੇ ਦੇ ਨੇੜੇ ਆ ਰਹੀਆਂ ਹਨ। ਇਹ ਸੰਸਕ੍ਰਿਤਿਕ ਸਾਂਝ ਸਮਾਂ ਗੁਜ਼ਾਰਨ ਨਾਲ ਹੋਰ ਬਲਵਾਨ ਹੋਵੇਗੀ। ਭਾਰਤੀ ਸੰਸਕ੍ਰਿਤੀ ਬਹੁ-ਭਾਂਤੀ ਫੁੱਲਾਂ ਵਾਂਗ ਬਾਗ ਹੈ ਪਰ ਰਾਸ਼ਟਰਵਾਦੀ ਪ੍ਰਭਾਵਾਂ ਦੀ ਇਹ ਵੱਧ ਰਹੀ ਅੰਤਰ ਪ੍ਰਦੇਸ਼ਿਕ ਸਾਂਝ ਅਨੇਕਤਾ ਵਿੱਚ ਏਕਤਾ ਸਥਾਪਿਤ ਕਰਨ ਦੀ ਬੜੀ ਸਹਾਇਕ ਸਿੱਧ ਹੋਵੇਗੀ। ਭਾਰਤੀ ਜਾਗ੍ਰਿਤੀ ਅੰਦੋਲਨ ਦਾ ਵੱਡਾ ਮਨੋਰਥ ਵੀ ਇੱਕੋ ਹੀ ਹੈ ਕਿ ਪ੍ਰਾਦੇਸ਼ਿਕ ਵਿਲੱਖਣਤਾਵਾਂ ਕਾਇਮ ਰੱਖਦਿਆਂ ਹੋਇਆਂ ਹੀ ਇਹ ਵਿਵਿਧ ਮੋਤੀ ਇੱਕ ਸੂਤਰ ਵਿੱਚ ਪਰੋਏ ਜਾ ਸਕਣ ਅਤੇ ਸਾਹਿਤ ਦੇ ਸੱਭਿਆਚਾਰ ਦੇ ਖੇਤਰ ਵਿੱਚ ਸਰਬ ਭਾਰਤੀ ਸਾਹਿਤਿਕ ਸੰਸਕ੍ਰਿਤਿਕ ਹੋਂਦ ਵਿੱਚ ਆ ਸਕੇ ਜਿਸ ਵਿੱਚ ਸੰਸਥਾਨਕ ਤੇ ਰਾਸ਼ਟਰੀ ਆਤਮਾ ਸੰਯੁਕਤ ਹੋ ਕੇ ਜਨ ਜੀਵਨ ਲਈ ਪਥ ਪ੍ਰਦਰਸ਼ਕ ਤੇ ਕਲਿਆਣਕਾਰੀ ਸਿੱਧ ਹੋ ਸਕਣ। 1962 ਵਿੱਚ ਹੋਈਆਂ ਚੀਨ ਦਾ ਭਾਰਤ ਉੱਤੇ ਆਕਰਮਣ ਅਤੇ 1971 ਵਿੱਚ ਹਿੰਦ ਪਾਕ ਸੰਘਰਸ਼ ਨੇ ਇਸ ਰਾਸ਼ਟਰਵਾਦੀ ਭਾਵਨਾ ਨੂੰ ਸੁਦ੍ਰਿੜ ਕੀਤਾ। ਗੌਰ ਨਾਲ ਵਿਸ਼ਲੇਸ਼ਣ ਕੀਤਿਆਂ ਭਾਰਤੀ ਸੰਸਕ੍ਰਿਤੀ ਦੀ ਆਤਮਾ ਆਦਿ ਕਾਲ ਤੋਂ ਹੀ ਸਵੈ ਸਪਸ਼ਟ ਰਹੀ ਹੈ। ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਭਾਰਤ ਦੀ ਅੰਦਰੂਨੀ ਤੇ ਵਿਦੇਸ਼ੀ ਨੀਤੀ ਵਿੱਚ ਇਹੀ ਆਦਰਸ਼ ਕੰਮ ਕਰਦੇ ਰਹੇ ਹਨ। ਇਸ ਨਾਲ ਵਿਸ਼ਵ ਅਮਨ ਦੀ ਹਮਾਇਤ ਅਤੇ ਨਿਰਪੱਖ ਜਾਂ ਤੀਜੇ ਸੰਸਾਰ ਦੀ ਸਥਾਪਨਾ ਵੀ ਸ਼ਾਮਲ ਹੈ ਜਿਸ ਨਾਲ ਭਾਰਤ ਜਿੱਥੇ ਆਪਣਾ ਰਾਸ਼ਟਰੀ ਗੌਰਵ ਸਥਾਪਿਤ ਕਰ ਸਕਿਆ ਹੈ ਉੱਥੇ ਨਾਲ ਹੀ ਵਿਕਾਸਸ਼ੀਲ ਦੇਸ਼ਾਂ ਦੀ ਨਵੀਂ ਆਰਥਿਕ ਅਤੇ ਅੰਤਰਰਾਸ਼ਟਰੀ ਖੇਤਰ ਵਿੱਚ ਭਾਰਤ ਨੇ ਆਪਣੀ ਰਾਸ਼ਟਰੀ ਸਰੂਪ ਅਤੇ ਵਿਅਕਤੀਤਵ ਨੂੰ ਸਥਿਰ ਕਰ ਲਿਆ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜੀਆਂ ਪ੍ਰਵਿਰਤੀਆਂ ਪੜ੍ਹੀਆਂ ਨੇ ਪ੍ਰਮੁੱਖ ਪ੍ਰਵਿਰਤੀਆਂ ਨੇ ਉਹਦੇ ਵਿੱਚ ਪਹਿਲੀ ਪ੍ਰਵਿਰਤੀ ਆਉਂਦੀ ਹੈ ਰਾਸ਼ਟਰਵਾਦ ਤੇ ਅੰਤਰ ਪ੍ਰਦੇਸ਼ਿਕ ਸਾਂਝ। ਇਸ ਦੇ ਵਿੱਚੋਂ ਵੀ ਕੁਝ ਜਿਹੜੇ ਮਹੱਤਵਪੂਰਨ ਪੁਆਇੰਟ ਨੇ ਯਾਦ ਰੱਖਣ ਵਾਲੇ ਉਹ ਮੈਂ ਚੁਣ ਕੇ ਲਿਖੇ ਆ ਜਿਹੜੇ ਕਿ ਬਹੁਤ ਮਦਦਗਾਰ ਸਾਬਤ ਹੋ ਸਕਦੇ ਆ। ਤੋ ਪਹਿਲਾ ਜਿਹੜਾ ਪੁਆਇੰਟ ਹੈ ਕਿ ਇਹ ਜਿਹੜੀਆਂ ਦੋਵੇਂ ਪ੍ਰਵਿਰਤੀਆਂ ਨੇ ਉਹ ਇੱਕ ਹੀ ਵਿਸ਼ੇਸ਼ ਪ੍ਰਵਿਰਤੀ ਦੇ ਅਲੱਗ-ਅਲੱਗ ਭਿੰਨ ਜਿਹੜੇ ਉਹ ਪੱਖ ਹਨ ਜਿਵੇਂ ਰਾਸ਼ਟਰਵਾਦ ਅਤੇ ਦੂਸਰੀ ਅੰਤਰ ਪ੍ਰਦੇਸ਼ਿਕ ਸਾਂਝ। ਨੰਬਰ 2 ਤੇ ਜਿਹੜਾ ਪੁਆਇੰਟ ਅਸੀਂ ਯਾਦ ਰੱਖਣਾ ਉਹ ਇਹ ਹੈ ਕਿ ਜਿਹੜਾ 1857 ਦਾ ਵਿਦਰੋਹ ਸੀਗਾ ਮੇਰਠ ਦੇ ਵਿੱਚ ਸ਼ੁਰੂ ਹੋਇਆ ਸੀ ਸਾਰੇ ਜਾਣਦੇ ਹਾਂ ਮੰਗਲ ਪਾਂਡੇ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਨਾਲ ਜਿਹੜੀ ਹੈ ਇਹ ਦੇਸ਼ ਭਗਤੀ ਦੀ ਪ੍ਰਵਿਰਤੀ ਔਰ ਦੇਸ਼ ਨੂੰ ਸੁਤੰਤਰ ਕਰਨ ਵਾਸਤੇ ਜਿਹੜਾ ਹੈ ਸਾਰਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਮੈਂ ਕਹਿ ਸਕਦੀ ਹਾਂ ਕਿ ਉਬਾਲੇ ਮਾਰਨ ਲੱਗਾ ਦੇਸ਼ ਨੂੰ ਆਜ਼ਾਦ ਕਰਨ ਵਾਸਤੇ। ਤੋ ਇਹਦੇ ਪਿੱਛੇ ਵੀ ਇਹੀ ਪ੍ਰਵਿਰਤੀ ਜਿਹੜੀ ਉਹ ਕੰਮ ਕਰਦੀ ਹੈ ਤੇ ਇਹ ਪ੍ਰਵਿਰਤੀ ਜਿਹੜੀ ਹੈ ਇਸ ਪਿੱਛੋਂ ਇਸ ਸੁਤੰਤਰਤਾ ਸੰਗਰਾਮ ਜਿਸ ਨੂੰ ਪਹਿਲਾ ਦੇਸ਼ ਦਾ ਸੁਤੰਤਰਤਾ ਸੰਗਰਾਮ ਦਾ ਨਾਮ ਦਿੱਤਾ ਗਿਆ ਹੈ 1857 ਦੇ ਵਿਦਰੋਹ ਨੂੰ ਉਸ ਤੋਂ ਬਾਅਦ ਜਿਹੜੀ ਹੈ ਇਹ ਪ੍ਰਵਿਰਤੀ ਰਾਸ਼ਟਰਵਾਦ ਦੀ ਪ੍ਰਵਿਰਤੀ ਅਤੇ ਪ੍ਰਦੇਸ਼ਿਕ ਸਾਂਝ ਦੀ ਪ੍ਰਵਿਰਤੀ ਜਿਹੜੀ ਹੈ ਉਹ ਝੁਕਾਅ ਉਹ ਪ੍ਰਵਿਰਤੀ ਜਿਹੜੀ ਲੇਖਕਾਂ ਦੇ ਵਿੱਚ ਲੇਖ ਰਚਨਾਵਾਂ ਦੇ ਵਿੱਚ ਦੇਖਣ ਨੂੰ ਸਾਨੂੰ ਮਿਲਦੀ ਹੈ। ਨੰਬਰ 3 ਤੇ ਜਿਹੜੇ ਵੀ ਮਹੱਤਵਪੂਰਨ ਲੇਖਕ ਉਸ ਟਾਈਮ ਦੇ ਉੱਪਰ ਜਿਨ੍ਹਾਂ ਨੇ ਰਚਨਾਵਾਂ ਲਿਖੀਆਂ ਜਿਸ ਵਿੱਚ ਇਹ ਪ੍ਰਵਿਰਤੀ ਦੇਖਣ ਨੂੰ ਸਾਨੂੰ ਮਿਲਦੀ ਹੈ ਉਹ ਹੈ ਕਰਤਾਰ ਸਿੰਘ ਦੁੱਗਲ ਦਾ ਨਾਟਕ ਮਿੱਠਾ ਪਾਣੀ ਅਤੇ ਕੋਕੁਲ। ਨੰਬਰ 2 ਤੇ ਜੋ ਹੈ ਸਾਡੇ ਕੋਲ ਰੋਸ਼ਨ ਲਾਲ ਅਹੂਜਾ ਦਾ ਨਾਟਕ ਜਿਹੜਾ ਸਹਿਯੋਗ ਹੈ ਉਹ ਵੀ ਇਸੇ ਪ੍ਰਵਿਰਤੀ ਨੂੰ ਪੇਸ਼ ਕਰਦਾ ਹੈ। ਅੱਗੇ ਵੀ ਹੋਰ ਜਿਹੜੇ ਅਸੀਂ ਲੇਖਕ ਜਿਹੜੇ ਆ ਉਹ ਯਾਦ ਰੱਖਣੇ ਹੈ ਨਾ ਮਹੱਤਵਪੂਰਨ ਲੇਖਕ ਜਿਨ੍ਹਾਂ ਨੇ ਇਸ ਪ੍ਰਵਿਰਤੀ ਦੇ ਅਧੀਨ ਰਚਨਾਵਾਂ ਰਚੀਆਂ ਆਪਣੇ ਲੇਖ ਲਿਖੇ ਉਹਨਾਂ ਦੇ ਵਿੱਚ ਵੀ ਅਸੀਂ ਨਾਮ ਲੈ ਸਕਦੇ ਹਾਂ ਦਵਿੰਦਰ ਸਤਿਆਰਥੀ ਅੰਮ੍ਰਿਤਾ ਪ੍ਰੀਤਮ ਔਰ ਅਮਰਜੀਤ ਸਿੰਘ ਆਜ਼ਾਦ ਹੋ ਗਿਆ ਤੇ ਬਾਵਾ ਬਲਵੰਤ।
ਅਗਲਾ ਪੁਆਇੰਟ ਜਿਹੜਾ ਯਾਦ ਰੱਖਣਾ ਵੀ ਇਸ ਪ੍ਰਵਿਰਤੀ ਜਿਹੜੀ ਆ ਸਾਨੂੰ ਦੇਖਣ ਦੇ ਵਿੱਚ ਕਦੋਂ ਅਸੀਂ ਇਸ ਨੂੰ ਮਹਿਸੂਸ ਕੀਤਾ ਜਾਂ ਕਦੋਂ ਇਸ ਦਾ ਪ੍ਰਭਾਵ ਸਾਨੂੰ ਦਿਖਾਈ ਦਿੱਤਾ, ਉਹ ਵੀ 1965 ਦੇ ਵਿੱਚ ਜੋ ਇਹ ਭਾਰਤ ਔਰ ਪਾਕਿਸਤਾਨ ਦਾ ਯੁੱਧ ਹੋਇਆ, ਜਾਂ 1971 ਦਾ ਭਾਰਤ ਪਾਕ ਯੁੱਧ ਜਿਹੜਾ ਉਹਦੇ ਵਿੱਚ ਅਸੀਂ ਦੇਖਦੇ ਹਾਂ ਇਸ ਦਾ ਪ੍ਰਭਾਵ ਹੈ। ਤੇ ਜਾਂ ਫਿਰ ਅਸੀਂ ਕਹਿ ਲਈਏ ਕਿ 1962 ਦੇ ਵਿੱਚ ਜਿਹੜਾ ਚੀਨ ਦਾ ਹਿੰਦੁਸਤਾਨ ਦੇ ਉੱਪਰ ਹਮਲਾ ਸੀ, ਉਸ ਟਾਈਮ ਦੇ ਉੱਪਰ ਜਿਹੜਾ ਇਹ ਰਾਸ਼ਟਰਵਾਦੀ ਭਾਵਨਾ ਨੂੰ ਇੱਕ ਸੁਦ੍ਰਿੜ ਕਰਦਾ ਹੈ ਕਿ ਜਿਹੜੀ ਰਾਸ਼ਟਰਵਾਦ ਦੀ ਭਾਵਨਾ ਹੈ ਉਹ ਸਾਡੇ ਵਿੱਚ ਦੇਖਣ ਨੂੰ ਸਾਰਿਆਂ ਦੇ ਵਿੱਚ, ਹਿੰਦੁਸਤਾਨੀਆਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਤੋ ਇਸੇ ਭਾਵਨਾ ਦੇ ਅਧੀਨ ਜਿਹੜਾ ਲੇਖਕਾਂ ਨੇ ਆਪਣੀਆਂ ਕਿਰਤਾਂ ਨੂੰ ਲਿਖਿਆ। ਤੇ ਉਮੀਦ ਹੈ ਕਿ ਇਹ ਪੁਆਇੰਟ ਜੇ ਅਸੀਂ ਯਾਦ ਰੱਖੀਏ ਤਾਂ ਅਸੀਂ ਇਸ ਵਿਸ਼ੇ ਨੂੰ, ਇਸ ਟੌਪਿਕ ਨੂੰ, ਜਿਹੜਾ ਕਿ ਪ੍ਰਵਿਰਤੀਆਂ ਨੇ ਲੇਖਕਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜੀਆਂ ਪ੍ਰਵਿਰਤੀਆਂ ਦੇਖਣ ਨੂੰ ਮਿਲਦੀਆਂ, ਉਹ ਸਾਨੂੰ ਕਾਫੀ ਹੱਦ ਤੱਕ ਯਾਦ ਰਹਿ ਸਕਦੀਆਂ, ਸਾਡੀ ਮਦਦ ਕਰ ਸਕਦੀਆਂ ਇਸ ਟੌਪਿਕ ਨੂੰ ਚੰਗੀ ਤਰ੍ਹਾਂ, ਇਸ ਵਿਸ਼ੇ ਨੂੰ ਸਮਝਣ ਵਾਸਤੇ। ਤੇ ਅੱਜ ਇਹਨਾਂ ਪ੍ਰਵਿਰਤੀਆਂ ਦੇ ਅਧੀਨ ਹੀ ਅਸੀਂ ਪਹਿਲੀ ਵਾਰੀ ਜਿਹੜੀ ਪ੍ਰਵਿਰਤੀ ਹੈ ਉਸ ਦੇ ਬਾਰੇ ਪੜ੍ਹਿਆ ਕਿ ਰਾਸ਼ਟਰਵਾਦ ਤੇ ਅੰਤਰ ਪ੍ਰਦੇਸ਼ਿਕ ਸਾਂਝ ਦੀ ਪ੍ਰਵਿਰਤੀ। ਅਗਲੀ ਵੀਡੀਓ ਦੇ ਵਿੱਚ ਇਸੇ ਤਰ੍ਹਾਂ ਅਗਲੀ ਪ੍ਰਵਿਰਤੀ ਬਾਰੇ ਪੜ੍ਹਾਂਗੇ ਅਤੇ ਉਸ ਦੇ ਜਿਹੜੇ ਇੰਪੋਰਟੈਂਟ ਕੁਝ ਮਹੱਤਵਪੂਰਨ ਪੁਆਇੰਟਸ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਵੇਗਾ, ਉਸ ਦੇ ਉੱਤੇ ਵਿਚਾਰ ਕੀਤਾ ਜਾਵੇਗਾ। ਧੰਨਵਾਦ।